ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। I welcome you all once again to Ik Sakhi Hor. And we are talking about Guru Tegh Bahadur Ji in this special series. In the last Sakhi, we discussed how Guru Har Gobind Pasha Ji hun Jyoti Jyot sama rahe ne. Te Jyoti Jyot saman to pehla Gurgaddi Guru Har Rai Pasha Ji nu dinde ne and Guru Tegh Bahadur Ji ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਨੂੰ ਬਕਾਲੇ ਜਾਣ ਦਾ ਹੁਕਮ ਦਿੰਦੇ ਨੇ। ਬਕਾਲਾ ਇਜ਼ ਐਕਚੁਅਲੀ ਦਾ ਨਾਨਕਾ ਪਿੰਡ ਆਫ ਗੁਰੂ ਤੇਗ ਬਹਾਦਰ ਜੀ। ਉੱਥੇ ਮਾਤਾ ਨਾਨਕੀ ਜੀ ਦੇ ਪੇਰੈਂਟਸ ਹਰੀ ਚੰਦ ਜੀ ਅਤੇ ਮਾਤਾ ਹਰਦਈ ਜੀ ਰਹਿੰਦੇ ਨੇ। ਬਟ ਗੁਰੂ ਤੇਗ ਬਹਾਦਰ ਜੀ ਉੱਥੇ ਜਾ ਕੇ ਕਿਹਨਾਂ ਦੇ ਘਰ ਠਹਿਰਦੇ ਨੇ? ਐਕਚੁਅਲੀ ਵਿੱਚ there is a Sikh called ਭਾਈ ਮਹਿਰਾ ਜਿਸਨੇ ਸਿਕਸਥ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਬੇਨਤੀ ਕੀਤੀ ਹੁੰਦੀ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੈਂ ਬਕਾਲੇ ਵਿਖੇ ਬਹੁਤ ਸੋਹਣਾ ਘਰ ਬਣਾਇਆ ਹੈ, ਤੁਸੀਂ ਆਓ ਤੇ ਮੇਰੇ ਘਰ ਵਿੱਚ ਜ਼ਰੂਰ ਚਰਨ ਪਾਓ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਸਮਾਂ ਆਉਣ ਤੇ ਤੁਹਾਡੇ ਘਰ ਜ਼ਰੂਰ ਆਵਾਂਗੇ। ਤੇ ਹੁਣ ਉਹੀ ਪ੍ਰੋਮਿਸ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰੋਮਿਸ ਗੁਰੂ ਤੇਗ ਬਹਾਦਰ ਜੀ 9th ਨਾਨਕ ਬਣ ਕੇ ਪੂਰਾ ਕਰਨ ਆ ਰਹੇ ਨੇ। And Guru Tegh Bahadur Ji stays at Bhai Mehra's house with Mata Gujri Ji. And जो बकाला है एक बहुत ही शांत बहुत ही खुशहाल शहर है। It's a very happy town and you know it's famous for ਬਾਉਲੀਜ਼ for wells for ਸਰਾਂ। ਇੱਥੇ ਆ ਕੇ ਲੋਕ ਠਹਿਰਦੇ ਨੇ। ਇੱਥੇ ਬਹੁਤ ਸੋਹਣੀਆਂ ਸੋਹਣੀਆਂ ਬਾਉਲੀਆਂ ਬਣੀਆਂ ਹੋਈਆਂ ਨੇ, ਖੂਹ ਬਣੇ ਹੋਏ ਨੇ ਤੇ ਸ਼ਹਿਰ ਬਹੁਤ ਹੀ ਹੈਪੀ ਹੈ। ਤੇ ਗੁਰੂ ਤੇਗ ਬਹਾਦਰ ਜੀ ਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਦਾ ਹੈ। ਐਂਡ ਗੁਰੂ ਤੇਗ ਬਹਾਦਰ ਜੀ ਮੈਡੀਟੇਟਸ ਦੇਅਰ ਫॉर ਅ ਵੈਰੀ ਲੌਂਗ ਟਾਈਮ। ਤੇ ਗੁਰੂ ਸਾਹਿਬ ਅੰਮ੍ਰਿਤ ਵੇਲੇ ਉੱਠਦੇ ਨੇ। ਅੰਮ੍ਰਿਤ ਵੇਲੇ ਉੱਠ ਕੇ ਉਸ ਤੋਂ ਬਾਅਦ ਮੈਡੀਟੇਟ ਕਰਦੇ ਨੇ। ਦੈਨ ਹੀ ਡਜ਼ ਕੀਰਤਨ। ਕੀਰਤਨ ਕਰਨ ਤੋਂ ਬਾਅਦ ਗੁਰੂ ਸਾਹਿਬ ਬਾਹਰ ਜਾ ਕੇ ਹੱਥੀ ਕਿਰਤ ਕਰਦੇ ਨੇ। ਯੈਸ, ਸਿਰਫ ਮੈਡੀਟੇਸ਼ਨ ਹੀ ਨਹੀਂ ਕਰਦੇ ਬਟ ਗੁਰੂ ਨਾਨਕ ਸਾਹਿਬ ਜੀ ਦਾ ਜੋ ਸਿਧਾਂਤ ਹੈ, ਜੋ ਟੀਚਿੰਗਸ ਨੇ, ਕਿਰਤ ਕਰੋ ਦੀ ਟੀਚਿੰਗਸ ਨੇ, ਉਹਨੂੰ ਵੀ ਫੋਲੋ ਕਰਦੇ ਨੇ ਐਂਡ ਸਭ ਨੂੰ ਦੱਸਦੇ ਨੇ ਕਿ ਭਾਵੇਂ ਅਸੀਂ ਗੁਰੂ ਪਿਤਾ ਦੇ ਸਾਹਿਬਜ਼ਾਦੇ ਹਾਂ, ਗੁਰੂ ਜੀ ਦੇ ਸਨ ਹਾਂ, ਫਿਰ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਟੀਚਿੰਗਸ ਨੂੰ ਫੋਲੋ ਕਰਕੇ ਸਭ ਨੂੰ ਦਿਖਾਣਾ ਹੈ। ਤੇ ਗੁਰੂ ਤੇਗ ਬਹਾਦਰ ਜੀ ਹੱਥੀ ਕਿਰਤ ਕਰਦੇ ਨੇ ਬਕਾਲੇ ਵਿਖੇ। And for a very long time, Guru Sahib Ji stays there for 26 years. ਤੇ 26 ਸਾਲ almost ਇਹੀ ਰੂਟੀਨ ਰੱਖਦੇ ਨੇ ਕਿ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਨੇ, ਉਸ ਤੋਂ ਬਾਅਦ ਮੈਡੀਟੇਸ਼ਨ ਕਰਦੇ ਨੇ, ਕੀਰਤਨ ਕਰਦੇ ਨੇ ਤੇ ਫਿਰ ਹੱਥੀ ਕਿਰਤ ਕਰਨ ਲਈ ਜਾਂਦੇ ਨੇ। ਤੇ ਸਭ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਹਨ, ਉਹਨਾਂ ਦੇ ਸਨ ਹਨ। ਤੇ ਸਭ ਕੋਸ਼ਿਸ਼ ਕਰਦੇ ਹਨ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਕਰੀਏ ਤੇ ਲਿਆ ਕੇ ਬਹੁਤ ਸਾਰੀਆਂ ਭੇਟਾਵਾਂ ਚੜਾਉਂਦੇ ਨੇ। ਬਟ ਗੁਰੂ ਸਾਹਿਬ ਸਭ ਦੀਆਂ ਭੇਟਾਵਾਂ ਲੈ ਕੇ ਲੋੜਵੰਦਾਂ ਵਿੱਚ ਵੰਡ ਦਿੰਦੇ ਨੇ, ਕੁਝ ਵੀ ਆਪਣੇ ਕੋਲ ਨਹੀਂ ਰੱਖਦੇ। ਗੁਰੂ ਸਾਹਿਬ ਇਜ਼ ਸੋ ਡਿਟੈਚਡ। ਤੇ ਗੁਰੂ ਸਾਹਿਬ ਨੂੰ ਕੋਈ ਵੀ ਅਗਰ ਆ ਕੇ ਪੁੱਛਦਾ ਹੈ ਕਿ ਗੁਰੂ ਸਾਹਿਬ ਸਾਨੂੰ ਵੀ ਕੋਈ ਉਪਦੇਸ਼ ਦਿਓ,
ਤੁਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਹੋ, ਸਾਨੂੰ ਵੀ ਕੋਈ ਉਪਦੇਸ਼ ਦਿਓ, ਕੋਈ ਟੀਚਿੰਗ ਦਿਓ। ਤੇ ਗੁਰੂ ਸਾਹਿਬ ਸਿਰਫ ਇੱਕ ਗੱਲ ਕਹਿੰਦੇ ਨੇ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਿ ਜੋ ਘਾਲਣਾ ਕਰਕੇ ਮਿਹਨਤ ਕਰਕੇ ਕਮਾਈ ਕਰਦਾ ਹੈ ਤੇ ਆਪਣੀ ਕਮਾਈ ਵਿੱਚੋਂ ਕੁਝ ਵੰਡਦਾ ਹੈ, ਉਹ ਹੀ ਵਾਹਿਗੁਰੂ ਜੀ ਦਾ ਰਾਹ ਪਛਾਣ ਸਕਦਾ ਹੈ, ਉਹੀ ਟਰੁੱਥ ਸੱਚ ਦੇ ਮਾਰਗ ਦੇ ਉੱਪਰ ਚੱਲ ਸਕਦਾ ਹੈ। ਸਾਰੇ ਸਿੱਖਿਆਵਾਂ ਲੈ ਕੇ ਧੰਨ ਧੰਨ ਹੋ ਜਾਂਦੇ, ਬਹੁਤ ਖੁਸ਼ ਹੋ ਜਾਂਦੇ। ਤੇ ਗੁਰੂ ਤੇਗ ਬਹਾਦਰ ਜੀ ਵੀ ਇਸ ਤਰ੍ਹਾਂ ਬਕਾਲੇ ਵਿਖੇ ਬਹੁਤ ਸੋਹਣੀ ਜ਼ਿੰਦਗੀ ਗੁਜ਼ਾਰਦੇ। ਤੇ ਇੱਕ ਵਾਰ ਕੁਝ ਸੰਗਤ ਆ ਕੇ ਗੁਰੂ ਸਾਹਿਬ ਨੂੰ ਪੁੱਛਦੀ ਕਿ ਵਾਹਿਗੁਰੂ ਆਪਣੇ ਭਗਤਾਂ ਨੂੰ ਦੁੱਖ ਕਿਉਂ ਦਿੰਦਾ ਹੈ? ਭਗਤ ਤੇ ਵਾਹਿਗੁਰੂ ਨੂੰ ਯਾਦ ਕਰਦੇ ਨੇ, ਉਸਨੂੰ ਹਰ ਟਾਈਮ ਆਪਣੇ ਮਨ ਵਿੱਚ ਵਸਾਉਂਦੇ ਨੇ, ਮੈਡੀਟੇਟ ਕਰਦੇ ਨੇ, ਫਿਰ ਵੀ ਉਹਨਾਂ ਨੂੰ ਕਿਉਂ ਦੁੱਖ ਦਿੰਦਾ ਹੈ? ਤੇ ਗੁਰੂ ਸਾਹਿਬ ਮੁਸਕਰਾ ਕੇ ਕਹਿੰਦੇ ਨੇ, ਐਕਚੁਅਲੀ ਵਿੱਚ ਜਿਨ੍ਹਾਂ ਨੂੰ ਵੀ ਦੁੱਖ ਮਿਲਦਾ ਹੈ, ਚਾਹੇ ਉਹ ਭਗਤ ਨੇ, ਚਾਹੇ ਉਹ ਰੱਬ ਨੂੰ ਯਾਦ ਕਰਦੇ ਨੇ, ਮੈਡੀਟੇਟ ਕਰਦੇ ਨੇ ਜਾਂ ਨਹੀਂ ਕਰਦੇ, ਐਕਚੁਅਲੀ ਇਹ ਜੋ ਦੁੱਖ ਹੈ ਇਹ ਸਾਨੂੰ ਅਵੇਅਰਨੈਸ ਤੱਕ ਲੈ ਕੇ ਜਾਂਦਾ ਹੈ, ਸਾਨੂੰ ਦੱਸਦਾ ਹੈ ਕਿ ਜੋ ਇਹ ਸੰਸਾਰ ਹੈ, ਇਹ ਜੋ ਵਰਲਡ ਹੈ, ਇਹਦੀ ਰਿਐਲਿਟੀ ਕੀ ਹੈ। ਜਿਵੇਂ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਕਹਿੰਦੇ ਨੇ, ਜੈਸੇ ਜਲ ਤੇ ਬੁੱਧ ਬੁੱਧਾ, ਉਪਜੈ ਬਿਨ ਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਕਿ ਇਹ ਜੋ ਵਰਲਡ ਹੈ ਇਹ ਬਬਲਸ ਵਾਂਗ ਹੈ, ਦਿਸ ਇਜ਼ ਨੋਟ ਰਿਐਲਿਟੀ। ਤੇ ਗੁਰੂ ਸਾਹਿਬ ਉਸ ਨੂੰ ਦੱਸਦੇ ਨੇ ਕਿ ਜਦ ਵਾਹਿਗੁਰੂ ਆਪਣੇ ਭਗਤਾਂ ਨੂੰ ਦੁੱਖ ਦਿੰਦਾ ਹੈ, ਦੁੱਖ ਮਿਲਦਾ ਹੈ ਭਗਤਾਂ ਨੂੰ, ਤੇ ਉਹ ਇਸ ਲਈ ਮਿਲਦਾ ਹੈ ਤਾਂ ਕਿ ਉਹ ਸੱਚ ਦੇ ਮਾਰਗ ਦੇ ਉੱਪਰ ਚੱਲ ਸਕਣ, ਉਹ ਆਪਣੇ ਲਈ ਆਪ ਆਪਣਾ ਪਾਥ ਚੂਜ਼ ਕਰ ਸਕਣ, ਉਹ ਲੱਭ ਸਕਣ, ਉਹ ਅਵੇਅਰ ਹੋ ਸਕਣ ਕਿ ਉਹਨਾਂ ਨੇ ਕਿੱਥੇ ਧਿਆਨ ਲਗਾਉਣਾ ਹੈ ਤੇ ਦੁਨੀਆ ਵਿੱਚ ਕਿੱਦਾਂ ਡਿਟੈਚਡ ਹੋਣਾ ਹੈ। ਸਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਪਦੇਸ਼ ਲੈ ਕੇ ਬਹੁਤ ਖੁਸ਼ ਹੁੰਦੇ। ਇੱਧਰ ਗੁਰੂ ਤੇਗ ਬਹਾਦਰ ਜੀ ਮੈਡੀਟੇਸ਼ਨ ਕਰ ਰਹੇ ਨੇ ਤੇ ਇੱਕ ਪਾਸੇ ਗੁਰੂ ਘਰ ਦਾ ਬਹੁਤ ਪਿਆਰਾ ਸੇਵਕ ਮੱਖਣ ਸ਼ਾਹ ਲੁਬਾਣਾ, ਉਹ ਓਸ਼ਨ ਦੇ ਰਸਤੇ ਰਾਹੀਂ, ਸਮੁੰਦਰ ਰਾਹੀਂ ਇੱਕ ਬਹੁਤ ਵੱਡੇ ਜਹਾਜ਼ ਵਿੱਚ ਸਮਾਨ ਲੈ ਕੇ ਆ ਰਿਹਾ ਹੈ। ਹੀ ਇਜ਼ ਅ ਵੈਰੀ ਬਿਗ ਐਂਡ ਪਾਵਰਫੁਲ ਬਿਜ਼ਨਸਮੈਨ। ਤੇ ਉਹ ਦੂਰ ਦੁਰੇਡੇ ਦੀਆਂ ਕੰਟਰੀਜ਼ ਤੋਂ ਦੂਰੋਂ ਦੂਰੋਂ ਸਮਾਨ ਲੈ ਕੇ ਆ ਰਿਹਾ ਹੈ। ਉਸਨੇ ਬਹੁਤ ਸਾਰਾ ਸਮਾਨ ਹੁਣ ਵੇਚ ਕੇ ਮੁਨਾਫਾ ਕਮਾਉਣਾ ਹੈ। ਹੀ ਇਜ਼ ਗੋਇੰਗ ਟੂ ਅਰਨ ਅ ਲੋਟ ਆਫ ਪ੍ਰੋਫਿਟ। ਪਰ ਦੇਖਦੇ ਹੀ ਦੇਖਦੇ ਕੀ ਹੁੰਦਾ ਹੈ, ਸਮੁੰਦਰ ਵਿੱਚ ਲਹਿਰਾਂ ਤੇਜ਼ ਹੋ ਜਾਂਦੀਆਂ ਨੇ ਤੇ ਉਹ ਦੂਰ ਦੁਰੇਡੇ ਦੀਆਂ ਕੰਟਰੀਜ਼ ਤੋਂ ਦੂਰੋਂ ਦੂਰੋਂ ਸਮਾਨ ਲੈ ਕੇ ਆ ਰਿਹਾ ਹੈ। ਉਸਨੇ ਬਹੁਤ ਸਾਰਾ ਸਮਾਨ ਹੁਣ ਵੇਚ ਕੇ ਮੁਨਾਫਾ ਕਮਾਉਣਾ ਹੈ। ਹੀ ਇਜ਼ ਗੋਇੰਗ ਟੂ ਅਰਨ ਅ ਲੋਟ ਆਫ ਪ੍ਰੋਫਿਟ। ਪਰ ਦੇਖਦੇ ਹੀ ਦੇਖਦੇ ਕੀ ਹੁੰਦਾ ਹੈ, ਸਮੁੰਦਰ ਵਿੱਚ ਲਹਿਰਾਂ ਤੇਜ਼ ਹੋ ਜਾਂਦੀਆਂ ਨੇ ਐਂਡ ਦੇਰ ਇਜ਼ ਡਾਰਕਨੈਸ। ਹਰ ਪਾਸੇ ਕਾਲੇ ਬੱਦਲ ਛਾ ਜਾਂਦੇ ਨੇ, ਬਹੁਤ ਤੇਜ਼ ਸਟੋਰਮ ਆਉਂਦਾ ਹੈ, ਬਹੁਤ ਤੇਜ਼ ਮੀਂਹ ਵਰਦਾ ਹੈ, ਬਿਜਲੀ ਕੜਕਦੀ ਹੈ, ਤੇਜ਼ ਤੇਜ਼ ਜੋ ਬੇੜਾ ਹੈ, ਜਹਾਜ਼ ਹੈ, ਉਹ ਛਾਲਾਂ ਮਾਰਨ ਲੱਗਦਾ ਹੈ, ਕਦੇ ਇੱਧਰ ਕਦੇ ਉੱਧਰ, ਸਾਰਾ ਸਮਾਨ ਇੱਧਰ ਉੱਧਰ ਡਿੱਗਣ ਲੱਗਦਾ ਹੈ। ਜੋ ਸਾਰੇ ਸਮੁੰਦਰ ਵਿੱਚ ਬੈਠੇ ਨੇ ਉਹ ਵੀ ਹਿੱਲਣ ਲੱਗਦੇ ਨੇ ਤੇ ਸਾਰੇ ਘਬਰਾ ਜਾਂਦੇ ਨੇ, ਕੀ ਹੋ ਰਿਹਾ ਹੈ। ਕੋਈ ਦੇਖਦਾ ਹੈ ਕਿ ਬੇੜਾ ਜੋ ਹੈ ਉਹ ਅੱਗੇ ਹੀ ਨਹੀਂ ਵਧ ਰਿਹਾ, ਉਹ ਡੁੱਬਦਾ ਜਾ ਰਿਹਾ ਹੈ। ਮੱਖਣ ਸ਼ਾਹ ਲੁਬਾਣਾ ਜੀ ਬਹੁਤ ਡਰ ਜਾਂਦੇ ਨੇ, ਉਹ ਬਹੁਤ ਘਬਰਾਉਂਦੇ ਨੇ, ਇੱਧਰ ਭੱਜਦੇ ਨੇ, ਉੱਧਰ ਭੱਜਦੇ ਨੇ, ਪਰ ਉਹਨਾਂ ਨੂੰ ਕੋਈ ਰਾਹ ਨਹੀਂ ਲੱਭਦਾ ਕਿਉਂਕਿ ਸਮੁੰਦਰ ਤੇ ਠਾਠਾਂ ਮਾਰ ਰਿਹਾ ਹੈ, ਇੰਨਾ ਤੇਜ਼ ਤੇਜ਼ ਸਮੁੰਦਰ ਸ਼ੋਰ ਮਚਾ ਰਿਹਾ ਹੈ ਤੇ ਜੋ ਜਹਾਜ਼ ਹੈ ਉਹ ਡੁੱਬਣ ਦੇ ਵੱਲ ਆ ਰਿਹਾ ਹੈ। ਮੱਖਣ ਸ਼ਾਹ ਲੁਬਾਣਾ ਨੂੰ ਕੁਝ ਵੀ ਸਮਝ ਨਹੀਂ ਆਉਂਦੀ, ਬਟ ਉਹ ਕੀ ਕਰਦਾ ਹੈ, ਉਹ ਆਪਣੇ ਗਲ ਵਿੱਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਪੂਰਾ ਧਿਆਨ ਲਗਾ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰਦਾ ਹੈ। ਬਹੁਤ ਪ੍ਰੇਮ ਨਾਲ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ। ਬਹੁਤ ਪ੍ਰੇਮ ਨਾਲ ਪਾਠ ਕਰਦੇ ਕਰਦੇ ਤੇ ਅਰਦਾਸ ਕਰਦਾ ਹੈ ਮੱਖਣ ਸ਼ਾਹ ਲੁਬਾਣਾ ਬਾਅਦ ਵਿੱਚ ਕਿ ਦਾਤਾ ਜੀ, ਮੇਰਾ ਕੋਈ ਵੀ ਨਹੀਂ ਹੈ ਜਿਸ ਦੇ ਅੱਗੇ ਅਰਦਾਸ ਕਰ ਸਕਾਂ, ਸਿਰਫ ਤੁਸੀਂ ਹੋ। ਇੰਨਾ ਸਾਰਾ ਸਮਾਨ ਲੈ ਕੇ ਆਇਆ ਹਾਂ ਦੂਰ ਦੁਰੇਡੇ ਦੀਆਂ ਕੰਟਰੀਜ਼ ਤੋਂ, ਤੇ ਅਗਰ ਮੇਰਾ ਜਹਾਜ਼ ਡੁੱਬ ਗਿਆ
ਤੇ ਬਹੁਤ ਵੱਡਾ ਨੁਕਸਾਨ ਹੋ ਜਾਏਗਾ। ਤੁਸੀਂ ਲਾਜ ਰੱਖੋ, ਮੇਰਾ ਕੋਈ ਹੋਰ ਆਸਰਾ ਹੀ ਨਹੀਂ ਹੈ। ਕਿਵੇਂ ਮੱਖਣ ਸ਼ਾਹ ਲੁਬਾਣਾ ਅਰਦਾਸ ਕਰਦਾ ਹੈ, ਸਾਨੂੰ ਤੇਰੇ ਚਰਨਾਂ ਦਾ ਆਸਰਾ, ਹੋਰ ਆਸਰਾ ਨਾ ਕੋਈ, ਤੇਰੇ ਚਰਨਾਂ ਦਾ ਆਸਰਾ, ਹੋਰ ਆਸਰਾ ਨਾ ਕੋਈ, ਆਸਰਾ ਨਾ ਕੋਈ ਸਾਨੂੰ, ਆਸਰਾ ਨਾ ਕੋਈ, ਸਾਨੂੰ ਤੇਰੇ ਚਰਨਾਂ ਦਾ ਆਸਰਾ, ਹੋਰ ਆਸਰਾ ਨਾ ਕੋਈ। ਤੇ ਜਿਵੇਂ ਹੀ ਅਰਦਾਸ ਕਰਕੇ ਮੱਖਣ ਸ਼ਾਹ ਲੁਬਾਣਾ ਆਪਣੀ ਆਈਜ਼ ਓਪਨ ਕਰਦਾ ਹੈ, ਕੀ ਵੇਖਦਾ ਹੈ ਕਿ ਜੋ ਸਕਾਈ ਇੱਕਦਮ ਬਲੈਕ ਹੋ ਰਿਹਾ ਸੀ, ਜੋ ਇੰਨੀ ਤੇਜ਼ ਸਟਾਰਮ ਆ ਰਿਹਾ ਸੀ, ਉਹ ਸਭ ਕੁਝ ਸ਼ਾਂਤ ਹੋ ਗਿਆ ਹੈ। ਤੇ ਜੋ ਜਹਾਜ਼ ਹੈ ਉਹ ਹੁਣ ਪੋਰਟ ਤੇ ਆ ਗਿਆ ਹੈ, ਉਹ ਬੰਦਰਗਾਹ ਤੇ ਪਹੁੰਚ ਗਿਆ ਹੈ, ਉਹ ਕਿਨਾਰੇ ਲੱਗ ਗਿਆ ਹੈ। ਮੱਖਣ ਸ਼ਾਹ ਲੁਬਾਣਾ ਇਜ਼ ਅਮੇਜ਼ਡ। ਉਹ ਇੰਨਾ ਹੈਰਾਨ ਹੋ ਜਾਂਦਾ ਹੈ ਤੇ ਮਨ ਵਿੱਚ ਅਰਦਾਸ ਕਰਦਾ ਹੈ, ਗੁਰੂ ਸਾਹਿਬ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਹਾਂ ਕਿ ਮੈਂ ਤੁਹਾਨੂੰ 500 ਮੋਹਰਾਂ ਭੇਟ ਕਰਾਂਗਾ। ਤੇ ਮੱਖਣ ਸ਼ਾਹ ਲੁਬਾਣਾ ਇੰਨਾ ਖੁਸ਼ ਹੁੰਦਾ ਹੈ ਕਿ ਗੁਰੂ ਸਾਹਿਬ ਉਹਦੀ ਅਰਦਾਸ ਸੁਣਦੇ ਨੇ। ਇਵੇਂ ਵੀ ਜਦ ਅਸੀਂ ਅਰਦਾਸ ਕਰਦੇ ਹਾਂ ਤੇ ਅਸੀਂ ਇੱਦਾਂ ਹੀ ਅਰਦਾਸ ਕਰੀਏ ਕਿ ਗੁਰੂ ਸਾਹਿਬ ਸਾਡੀ ਅਰਦਾਸ ਹਾਜ਼ਰ ਨਾਜ਼ਰ ਹੋ ਕੇ ਸੁਣ ਰਹੇ ਨੇ ਤੇ ਸਾਨੂੰ ਜ਼ਰੂਰ ਬਲੈਸ ਕਰਨਗੇ। ਲੈਟਸ ਹੈਵ ਦੈਟ ਫੇਥ। ਤੇ ਮੱਖਣ ਸ਼ਾਹ ਲੁਬਾਣਾ ਹੁਣ ਸਿੱਧਾ ਦਿੱਲੀ ਪਹੁੰਚਦਾ ਹੈ, ਜਿੱਥੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ। ਪਰ ਜਾ ਕੇ ਉਹਨੂੰ ਪਤਾ ਚੱਲਦਾ ਹੈ ਕਿ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਵੀ ਜੋਤੀ ਜੋਤ ਸਮਾ ਗਏ ਨੇ। ਤੇ ਜਾਣ ਵੇਲੇ ਗੁਰੂ ਸਾਹਿਬ ਹੈਡ ਸੈਡ, ਬਾਬਾ ਬਸੇ ਗ੍ਰਾਮ ਬਕਾਲਾ, ਬਾਬਾ ਬਕਾਲਾ, ਬਾਬਾ ਬਕਾਲਾ। ਤੇ ਗੁਰੂ ਸਾਹਿਬ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਇਸ਼ਾਰਾ ਦੇ ਕੇ ਜਾਂਦੇ ਨੇ ਕਿ ਨੈਕਸਟ ਗੁਰੂ ਇਜ਼ ਇਨ ਬਕਾਲਾ। ਐਂਡ ਕੋਈ ਵੀ ਟਾਈਮ ਵੇਸਟ ਨਾ ਕਰਦੇ ਹੋਏ ਮੱਖਣ ਸ਼ਾਹ ਲੁਬਾਣਾ ਆਪਣੇ ਸੰਸ ਲਾਲ ਚੰਦ ਨੂੰ ਲੈ ਕੇ, ਚੰਦੂ ਲਾਲ ਨੂੰ ਲੈ ਕੇ ਐਂਡ ਆਪਣੀ ਵਾਈਫ ਮਾਤਾ ਸਲੋਜੋਈ ਨੂੰ ਲੈ ਕੇ ਸਿੱਧਾ ਬਕਾਲੇ ਪਹੁੰਚਦੇ ਨੇ। ਤੇ ਬਕਾਲੇ ਵਿੱਚ ਕੀ ਹੁੰਦਾ ਹੈ, ਇੰਨੇ ਸਾਰੇ ਲੋਕ ਗੁਰੂ ਬਣ ਕੇ ਬੈਠ ਜਾਂਦੇ ਨੇ। There are almost 22 people ਜੋ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਗੁਰੂ ਹਾਂ, ਅਸੀਂ ਗੁਰੂ ਹਾਂ। ਤੇ ਬਾਬਾ ਮੱਖਣ ਸ਼ਾਹ ਲੁਬਾਣਾ ਇਜ਼ ਵੈਰੀ ਕਲੇਵਰ ਐਂਡ ਸਮਾਰਟ। ਉਹ ਕਹਿੰਦੇ ਨੇ ਕਿ ਆਪਣੇ ਆਪ ਨੂੰ ਗੁਰੂ ਕਹਿਲਾਉਂਦੇ ਨੇ। ਅਗਰ ਇਹ ਗੱਲ ਹੈ ਤੇ ਇਹਨਾਂ ਨੂੰ ਜ਼ਰੂਰ ਪਤਾ ਹੋਏਗਾ ਕਿ ਮੇਰੇ ਨਾਲ ਕੀ ਹੋਇਆ ਹੈ ਤੇ ਮੈਂ ਕਿੰਨੀ ਮੋਹਰਾਂ ਦਾ ਪ੍ਰੋਮਿਸ ਕੀਤਾ ਹੈ। ਤੇ ਮੱਖਣ ਸ਼ਾਹ ਲੁਬਾਣਾ ਸਟਾਰਟਸ ਟੈਸਟਿੰਗ ਆਲ ਆਫ them। ਤੇ ਜੋ ਵੀ 22 ਝੂਠੇ ਗੁਰੂ ਬੈਠੇ ਹੁੰਦੇ ਨੇ ਉਹਨਾਂ ਸਭ ਦੇ ਅੱਗੇ ਮੱਖਣ ਸ਼ਾਹ ਲੁਬਾਣਾ 2-2 ਗੋਲਡ ਕੋਇਨਸ ਰੱਖਦੇ ਨੇ। ਤੇ ਸਾਰੇ ਬੜਾ ਖੁਸ਼ ਹੁੰਦੇ ਨੇ, ਲੁਬਾਣਿਆ ਤੇਰੀ ਜੈ ਜੈਕਾਰ ਹੋਵੇ, ਲੁਬਾਣਿਆ ਤੈਨੂੰ ਰੱਬ ਬਹੁਤ ਖੁਸ਼ ਰੱਖੇ। ਮੱਖਣ ਸ਼ਾਹ ਲੁਬਾਣਾ ਅੰਦਰੋਂ ਅੰਦਰ ਸਮਝ ਜਾਂਦੇ ਨੇ ਕਿ ਇਹ ਸੱਚੇ ਗੁਰੂ ਨਹੀਂ ਹਨ। ਸ਼ਾਮ ਪੈ ਜਾਂਦੀ ਹੈ। ਮੱਖਣ ਸ਼ਾਹ ਲੁਬਾਣਾ ਇਜ਼ ਰੀਅਲੀ ਟਾਇਰਡ। ਕੋਈ ਵੀ ਨਹੀਂ ਪਛਾਣ ਪਾਉਂਦਾ, ਨੋ ਵਨ ਇਜ਼ ਏਬਲ ਟੂ ਗੈਸ ਕਿ ਇਹ ਮੱਖਣ ਸ਼ਾਹ ਲੁਬਾਣਾ ਕੀ ਪ੍ਰੋਮਿਸ ਕਰਕੇ ਆਏ ਨੇ। ਬਟ ਅ ਵੈਰੀ ਵਾਈਜ਼ ਸਿੱਖ ਹੀ ਕਮਸ ਟੂ ਮੱਖਣ ਸ਼ਾਹ ਲੁਬਾਣਾ ਐਂਡ ਉਹਨਾਂ ਨੂੰ ਕਹਿੰਦਾ ਹੈ ਕਿ ਦੇਰ ਇਜ਼ ਵਨ ਪਰਸਨ ਜੋ ਭੋਰੇ ਵਿੱਚ ਬੈਠੇ ਨੇ, ਤੁਸੀਂ ਉਹਨਾਂ ਕੋਲ ਜਾਓ ਐਂਡ ਲੈਟਸ ਸੀ ਇਫ ਹੀ ਇਜ਼ ਦ ਗੁਰੂ। ਤੇ ਮੱਖਣ ਸ਼ਾਹ ਲੁਬਾਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭੋਰੇ ਵਿੱਚ ਐਂਟਰ ਕਰਦੇ ਨੇ। ਜਿਵੇਂ ਹੀ ਅੰਦਰ ਪਹੁੰਚਦੇ ਨੇ ਮੱਖਣ ਸ਼ਾਹ ਲੁਬਾਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਵੀ 2 ਗੋਲਡ ਕੋਇਨਸ ਰੱਖ ਦਿੰਦੇ ਨੇ। ਗੁਰੂ ਸਾਹਿਬ ਮੁਸਕਰਾਉਂਦੇ ਨੇ ਤੇ ਕਹਿੰਦੇ ਨੇ, ਲੁਬਾਣਿਆ 500 ਮੋਹਰਾਂ ਦਾ ਵਾਅਦਾ ਕਰਕੇ 2 ਮੋਹਰਾਂ, ਇਹ ਤੇ ਸਿੱਖ ਦੀ ਗੱਲ ਨਾ ਹੋਈ। ਮੱਖਣ ਸ਼ਾਹ ਲੁਬਾਣਾ ਇਜ਼ ਐਸਟੋਨਿਸ਼ਡ, ਹੀ ਇਜ਼ ਔਡ। ਉਹ ਕਹਿੰਦਾ ਇਹ ਕੀ ਹੋ ਗਿਆ? ਗੁਰੂ ਸਾਹਿਬ has known ਕਿ ਮੈਂ ਕਿਹੜੀ ਪ੍ਰੋਮਿਸ ਕੀਤੀ ਸੀ। I had promised 500 gold coins and ਇਹਨਾਂ ਨੂੰ ਪਤਾ ਹੈ। ਗੁਰੂ ਸਾਹਿਬ ਜਾਣੀ ਜਾਣ ਨੇ, ਉਹ ਜਾਣਦੇ ਨੇ ਕਿ ਮੈਂ ਆਪਣੇ ਮਨ ਵਿੱਚ ਕਿਹੜੀ ਪ੍ਰੋਮਿਸ ਕੀਤੀ ਸੀ। And he is amazed।
ਉਹ ਬਹੁਤ ਹੈਰਾਨ ਹੋ ਜਾਂਦਾ ਹੈ ਤੇ ਸਿੱਧਾ ਭੱਜ ਕੇ ਕੋਠੇ ਦੇ ਉੱਪਰ ਚੜ ਜਾਂਦਾ ਹੈ। ਟੈਰੇਸ ਦੇ ਉੱਪਰ ਜਾ ਕੇ ਉੱਚੀ ਉੱਚੀ ਹੇਕ ਲਗਾਉਂਦਾ ਹੈ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਤੇ ਜਿਹੜੀਆਂ ਸੰਗਤਾਂ ਬਹੁਤ ਪਰੇਸ਼ਾਨ ਹੋ ਰਹੀਆਂ ਹੁੰਦੀਆਂ ਨੇ, ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਨਹੀਂ ਲੱਭ ਰਹੇ ਹੁੰਦੇ, ਬਿਕੋਜ਼ ਇਟਸ ਬੀਨ 4 months ਕਿ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ ਬਕਾਲਾ ਵਿਖੇ ਇਸ਼ਾਰਾ ਕੀਤਾ ਹੁੰਦਾ ਹੈ ਕਿ ਗੁਰੂ ਸਾਹਿਬ ਇਜ਼ ਇਨ ਬਕਾਲਾ, ਬਟ 4 ਮਹੀਨੇ ਤੋਂ ਕੋਈ ਵੀ ਗੁਰੂ ਸਾਹਿਬ ਨੂੰ ਲੱਭ ਨਹੀਂ ਪਾਉਂਦਾ that who is the true guru, but it's ਮੱਖਣ ਸ਼ਾਹ ਲੋਬਾਣਾ ਜੋ ਕੋਠੇ ਤੇ ਚੜ ਕੇ ਪੂਰਾ ਜ਼ੋਰ ਦੀ ਹੇਕ ਲਗਾਉਂਦਾ ਹੈ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਤੇ ਮੱਖਣ ਸ਼ਾਹ ਲੋਬਾਣਾ ਬਹੁਤ ਖੁਸ਼ ਹੁੰਦਾ ਹੈ, ਸੰਗਤਾਂ ਬਹੁਤ ਖੁਸ਼ ਹੁੰਦੀਆਂ ਨੇ ਕਿ ਸਾਡੇ 9ਵੇਂ ਗੁਰੂ, ਸਾਡੇ 9ਵੇਂ ਨਾਨਕ ਪ੍ਰਗਟ ਹੋ ਗਏ ਨੇ। ਤੇ ਕਿਵੇਂ ਇੱਕ ਪੋਇਟ ਇਸ ਨੂੰ ਬਿਆਨ ਕਰਦੇ ਨੇ, ਚੜ ਉੱਤੇ ਮੰਦਰ ਇਹ ਸੁਣਾਇਆ, ਆਵੋ ਗੁਰਸਿੱਖ ਮੈਂ ਸਤਿਗੁਰ ਲੱਦਾ, ਜਾ ਕੀ ਮਹਿਮਾ ਅਗਮ ਅਗਦਾ, ਆਵੋ ਸਤਿਗੁਰ ਮੈਂ ਸਤਿਗੁਰ ਲੱਦਾ। ਆਵੋ ਸੰਗਤ ਜੀ, ਮੈਂ ਸਤਿਗੁਰ ਨੂੰ ਲੱਭ ਲਿਆ ਹੈ, ਜਿਨ੍ਹਾਂ ਦੀ ਮਹਿਮਾ ਅਗਮ ਅਪਾਰ ਹੈ, ਜਿਨ੍ਹਾਂ ਦੀ ਪ੍ਰੇਜ਼ ਕੀਤੀ ਨਹੀਂ ਜਾ ਸਕਦੀ, ਉਹਨਾਂ ਦੀ ਇੰਨੀ ਉੱਚੀ ਮਹਿਮਾ ਹੈ। ਐਂਡ ਇੰਜ ਗੁਰੂ ਤੇਗ ਬਹਾਦਰ ਜੀ ਮੱਖਣ ਸ਼ਾਹ ਲੋਬਾਣੇ ਨੂੰ ਤੇ ਸਾਰੀ ਸੰਗਤਾਂ ਨੂੰ ਲੱਭ ਪੈਂਦੇ ਨੇ। ਇੰਜ ਆਓ ਅਸੀਂ ਵੀ ਮੱਖਣ ਸ਼ਾਹ ਲੋਬਾਣੇ ਵਾਂਗ ਕੁਝ ਤਰਲਾ ਕਰੀਏ, ਕੁਝ ਅਰਦਾਸ ਕਰੀਏ ਕਿ ਗੁਰੂ ਸਾਹਿਬ ਸਾਨੂੰ ਵੀ ਇੰਜ ਮਿਲ ਜਾਣ। ਤੇ ਕਿੰਜ ਮਿਲਣਗੇ ਗੁਰੂ ਸਾਹਿਬ ਸਾਨੂੰ? ਜਦ ਅਸੀਂ ਵੀ ਗੁਰੂ ਸਾਹਿਬ ਦੀ ਟੀਚਿੰਗਸ ਨੂੰ ਫੋਲੋ ਕਰਾਂਗੇ। ਉਹਨਾਂ ਟੀਚਿੰਗਸ ਨੂੰ ਫੋਲੋ ਕਰਦੇ ਕਰਦੇ ਗੁਰੂ ਸਾਹਿਬ ਸਾਨੂੰ ਆਪਣੇ ਨੇੜੇ ਮਹਿਸੂਸ ਹੋਣਗੇ। ਸਾਨੂੰ ਲੱਗੇਗਾ ਕਿ ਸਾਨੂੰ ਵੀ ਟਰੂ ਗੁਰੂ ਲੱਭ ਪਿਆ ਹੈ ਤੇ ਅਸੀਂ ਵੀ ਗਾਵਾਂਗੇ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਜਿਵੇਂ ਭਾਈ ਮੱਖਣ ਸ਼ਾਹ ਲੋਬਾਣਾ ਨੇ ਗਾਇਆ ਹੈ, ਜਿਵੇਂ ਉਸਨੇ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਹੈ। ਅਸੀਂ ਵੀ ਆਪਣੇ ਮਨ ਦੇ ਅੰਦਰ ਟਰੂ ਵਰਚੂਜ਼ ਨੂੰ ਇਕੱਠੇ ਕਰਕੇ ਗੁਰੂ ਸਾਹਿਬ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਐਂਡ ਲੈਟਸ ਵਾਕ ਔਨ ਦੈਟ ਪਾਥ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਦੱਸਿਆ ਹੈ। ਰਾਮ ਸਿਮਰ ਇਹੋ ਤੇਰੇ ਕਾਜ ਹੈ। ਜਦ ਅਸੀਂ ਉਸ ਵਾਹਿਗੁਰੂ ਨੂੰ ਯਾਦ ਕਰਾਂਗੇ, ਉਸ ਨੂੰ ਮੈਡੀਟੇਟ ਕਰਾਂਗੇ, ਉਸ ਵਾਹਿਗੁਰੂ ਦੇ ਨਾਮ ਦੇ ਉੱਤੇ, ਸਾਨੂੰ ਉਹ ਜ਼ਰੂਰ ਮਿਲੇਗਾ। We are surely gonna find ਵਾਹਿਗੁਰੂ ਜੀ first in ourselves, and then we can see ਵਾਹਿਗੁਰੂ Ji's presence in everyone and in everything around us। ਤੇ ਕਿਵੇਂ ਗਾਉਂਦਾ ਹੈ ਮੱਖਣ ਸ਼ਾਹ ਲੋਬਾਣਾ? ਇਹ ਹੈ ਸਤਿਗੁਰ ਸੱਚਾ ਪਿਆਰਾ, ਕਰਦਾ ਦੁਨੀਆ ਦਾ ਨਿਸਤਾਰਾ, ਲਾਈ ਡੁੱਬਦੇ ਰੁੜਦੇ ਬੇੜੇ, ਬੰਨੇ ਲਾਣ ਸੰਗ ਤੇ, ਲਾਈ ਡੁੱਬਦੇ ਰੁੜਦੇ ਬੇੜੇ, ਬੰਨੇ ਲਾਉਣ ਸੰਗ ਤੇ, ਮੈਨੂੰ ਲੱਭ ਪਿਆ ਸਤਿਗੁਰ ਸੱਚਾ, ਮੈਨੂੰ ਲੱਭ ਪਿਆ ਸਤਿਗੁਰ ਸੱਚਾ, ਜਾਣੀ ਜਾਣ ਸੰਗ ਤੇ, ਮੈਨੂੰ ਲੱਭ ਪਿਆ ਸਤਿਗੁਰ ਸੱਚਾ, ਜਾਣੀ ਜਾਣ ਸੰਗ ਤੇ। ਇੰਝ ਹੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲਾਈਫ ਨੂੰ ਅਸੀਂ ਦੇਖਾਂਗੇ ਐਂਡ ਉਹਦੇ ਵਿੱਚੋਂ ਕੁਝ ਟੀਚਿੰਗਸ ਲੈ ਕੇ ਆਪਣੀ ਲਾਈਫ ਨੂੰ ਬਿਊਟੀਫਾਈ ਕਰਨ ਦੀ ਕੋਸ਼ਿਸ਼ ਕਰਾਂਗੇ, ਸਵਾਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਗੁਰੂ ਜੀ ਕਹਿੰਦੇ ਨੇ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਕਿ ਆਪਣੇ ਆਪ ਨੂੰ ਸਵਾਰਨ ਦੇ ਨਾਲ ਅਸੀਂ ਆਪਣੇ ਆਪ ਨੂੰ ਮਿਲ ਪੈਂਦੇ ਹਾਂ ਤੇ ਆਪਣੇ ਆਪ ਦੇ ਅੰਦਰ ਜੋ ਵਾਹਿਗੁਰੂ ਬੈਠਾ ਹੈ ਅਸੀਂ ਉਸ ਨੂੰ ਵੀ ਮਿਲ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।